ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡੇ ਆਪਣੇ YouTube ਚੈਨਲ ਪੀਐਸਟੈਟ ਸਟੱਡੀ ਨੋਟਸ ਦੇ ਉੱਪਰ ਜੀ। ਸੋ ਮਾਸਟਰ ਕਾਡਰ ਐਸਐਸਟੀ ਦੀ ਪ੍ਰੈਪਰੇਸ਼ਨ ਕਰ ਰਹੇ ਵਿਦਿਆਰਥੀ ਜਿਨ੍ਹਾਂ ਨੇ ਸਵਿਕਸ ਚੂਜ਼ ਕੀਤਾ ਜੀ, ਉਹਨਾਂ ਵਾਸਤੇ ਅੱਜ ਆਪਾਂ ਲੈਸਨ ਨੰਬਰ 6 ਦੇ ਵਿੱਚ ਰਾਸ਼ਟਰਪਤੀ ਦੇ ਨਾਲ ਸੰਬੰਧਿਤ ਇੰਪੋਰਟੈਂਟ ਕੁਐਸਚਨ ਪਾਰਟ 2 ਦੇ ਵਿੱਚ ਕਰਾਂਗੇ। ਇਸ ਤੋਂ ਪਹਿਲਾਂ 25 ਕੁਐਸਚਨ ਆਪਾਂ ਪਾਰਟ 1 ਦੇ ਵਿੱਚ ਕਰ ਚੁੱਕੇ ਹਾਂ, ਜਿਸ ਦੇ ਵਿੱਚ ਆਪਾਂ ਬੇਸਿਕ ਕੁਐਸਚਨ ਰਾਸ਼ਟਰਪਤੀ ਦੀ ਨਿਯੁਕਤੀ ਕਿਸ ਦੁਆਰਾ ਹੁੰਦੀ ਹੈ, ਕਿਵੇਂ ਹੁੰਦੀ ਹੈ, ਉਸ ਦੇ ਲਈ ਕੀ ਯੋਗਤਾਵਾਂ ਚਾਹੀਦੀਆਂ ਨੇ, ਸਾਰਾ ਕੁਝ ਆਪਾਂ ਡਿਸਕਸ ਕਰ ਚੁੱਕੇ ਹਾਂ ਜੀ। ਅੱਜ ਦੇ 25 ਕੁਐਸਚਨ ਦੇ ਵਿੱਚ ਆਪਾਂ ਰਾਸ਼ਟਰਪਤੀ ਦੀਆਂ ਜਿਹੜੀਆਂ ਐਮਰਜੈਂਸੀ ਪਾਵਰਸ ਨੇ ਔਰ ਇਸ ਤੋਂ ਇਲਾਵਾ ਹੋਰ ਜਿਹੜੀਆਂ ਉਸਨੂੰ ਪਾਵਰਸ ਮਿਲੀਆਂ ਹੋਈਆਂ ਨੇ ਉਹ ਡਿਸਕਸ ਕਰਾਂਗੇ। ਔਰ ਇਸ ਤੋਂ ਇਲਾਵਾ ਕਰੰਟ ਅਫੇਅਰਸ ਕੁਝ ਰਾਸ਼ਟਰਪਤੀ ਦੇ ਨਾਲ ਜੁੜੀਆਂ, ਜਿਵੇਂ ਤਨਖਾਹ ਕਿਵੇਂ ਹੁੰਦੀ ਹੈ, ਕਿੰਨੀ ਹੁੰਦੀ ਹੈ, ਔਰ ਇਸ ਤੋਂ ਇਲਾਵਾ ਕਰੰਟ ਜਿਹੜੇ ਰਾਸ਼ਟਰਪਤੀ ਕੌਣ ਨੇ। ਸੋ ਇੱਦਾਂ ਦੇ ਕੁਐਸਚਨ ਜਿਹੜੇ ਨੇ ਉਹ ਡਿਸਕਸ ਕਰਾਂਗੇ। ਖਾਸ ਤੌਰ 'ਤੇ ਜਿਹੜੀਆਂ ਐਮਰਜੈਂਸੀ ਪਾਵਰਸ ਨੇ ਇਹਨਾਂ ਦੇ ਵਿੱਚੋਂ ਹਰ ਵਾਰ ਜਿਹੜਾ ਕੁਐਸਚਨ ਹੈ ਉਹ ਐਗਜ਼ਾਮ ਦੇ ਵਿੱਚ ਜ਼ਰੂਰ ਹੁੰਦਾ। ਸੋ ਇਸ ਨੂੰ ਡਿਟੇਲ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਾਂਗੇ MCQs ਦੇ ਰਾਹੀਂ। ਜਿਹੜੇ ਵਿਦਿਆਰਥੀ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਪਲੇਲਿਸਟ ਵਿੱਚ ਜਾ ਕੇ ਇਸ ਤੋਂ ਪਹਿਲਾਂ ਕਾਫੀ ਜ਼ਿਆਦਾ ਵੀਡੀਓ ਜਿਹੜੀਆਂ ਨੇ ਅਪਲੋਡ ਨੇ ਜੀ ਸਿਕਸ ਜਿਓਗ੍ਰਾਫੀ ਹਿਸਟਰੀ ਦੀਆਂ। ਸੋ ਉਹਨਾਂ ਦੀ ਹੈਲਪ ਦੇ ਨਾਲ ਤੁਸੀਂ ਆਪਣੀ ਜਿਹੜੀ ਮਾਸਟਰ ਕਾਡਰ ਦੀ ਪ੍ਰੈਪਰੇਸ਼ਨ ਹੈ, ਪੀਐਸਟੈਟ ਦੀ ਪ੍ਰੈਪਰੇਸ਼ਨ ਹੈ, ਸੀਟੈਟ ਦੀ ਪ੍ਰੈਪਰੇਸ਼ਨ ਹੈ ਉਹ ਕਰ ਸਕਦੇ ਹੋ ਜੀ। ਸੋ ਉਹਨਾਂ ਵੀਡੀਓ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜੂਗਾ ਔਰ ਵੀਡੀਓ ਦੇ ਅੰਤ ਦੇ ਵਿੱਚ ਵੀ ਜਿਹੜੀ ਪਲੇਲਿਸਟ ਹੈ ਉਹ ਸ਼ੋ ਹੋ ਜਾਏਗੀ ਜੀ। ਸੋ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ। ਕੁਐਸਚਨ ਨੰਬਰ ਆਪਣਾ 26 ਹੈ ਜੀ। ਰਾਸ਼ਟਰਪਤੀ ਦੀਆਂ ਸੰਕਟਕਾਲੀਨ ਸ਼ਕਤੀਆਂ ਕਿਸ ਦੇਸ਼ ਦੇ ਸੰਵਿਧਾਨ ਤੋਂ ਲਈਆਂ ਗਈਆਂ ਨੇ। ਆਪਸ਼ਨ ਏ ਹੈ ਜੀ ਜਰਮਨੀ ਦਾ ਵਾਈਮਰ ਸੰਵਿਧਾਨ, ਬੀ ਹੈ ਜੀ ਦੱਖਣੀ ਅਫਰੀਕਾ ਦਾ ਸੰਵਿਧਾਨ, ਸੀ ਹੈ ਜੀ ਰੂਸ ਦਾ ਸੰਵਿਧਾਨ। ਸੋ ਜਿਵੇਂ ਕਿ ਆਪਾਂ ਨੂੰ ਪਤਾ ਪਹਿਲਾਂ ਹੀ ਆਪਾਂ ਡਿਸਕਸ ਕੀਤਾ ਹੈ, ਭਾਰਤੀ ਸੰਵਿਧਾਨ ਦੇ ਜਿਹੜੇ ਸੋਮੇ ਨੇ ਉਹਨਾਂ ਦੀ ਪੂਰੀ ਡਿਟੇਲ ਦੇ ਵਿੱਚ ਵੀਡੀਓ ਪਈ ਹੈ ਜੋ ਤੁਸੀਂ ਦੇਖ ਸਕਦੇ ਹੋ ਕਿੱਥੋਂ ਕਿੱਥੋਂ ਕੀ ਲਿਆ ਗਿਆ। ਸੋ ਵੱਖ-ਵੱਖ ਦੇਸ਼ਾਂ ਦੀਆਂ ਚੰਗੀਆਂ ਗੱਲਾਂ ਲੈ ਕੇ ਸਾਡਾ ਜਿਹੜਾ ਸੰਵਿਧਾਨ ਬਣਾਇਆ ਗਿਆ, ਜੋ ਕਿ ਵਿਸ਼ਵ ਦਾ ਸਭ ਤੋਂ ਲੰਬਾ ਔਰ ਵਿਸਤ੍ਰਿਤ ਲਿਖਤੀ ਸੰਵਿਧਾਨ ਹੈ ਜੀ। ਔਰ ਇਸ ਦੇ ਵਿੱਚ ਜਿਹੜੀਆਂ ਸੰਕਟਕਾਲੀਨ ਸ਼ਕਤੀਆਂ ਲਈਆਂ ਗਈਆਂ ਨੇ, ਐਮਰਜੈਂਸੀ ਪਾਵਰਸ ਲਈਆਂ ਗਈਆਂ ਨੇ ਪ੍ਰੈਜ਼ੀਡੈਂਟ ਦੀਆਂ, ਉਹ ਲਈਆਂ ਗਈਆਂ ਨੇ ਜੀ ਜਰਮਨੀ ਦੇ ਵਾਈਮਰ ਸੰਵਿਧਾਨ ਤੋਂ। 3 ਪ੍ਰਕਾਰ ਦੀਆਂ ਨੇ ਜੀ, ਰਾਸ਼ਟਰੀ ਸੰਕਟ, ਦੂਸਰਾ ਹੈ ਜੀ ਸੰਵਿਧਾਨਿਕ ਸੰਕਟ, ਤੀਸਰਾ ਹੈ ਜੀ ਵਿੱਤੀ ਸੰਕਟ। ਜੇਕਰ ਪੁੱਛਿਆ ਜਾਏ ਕਿ ਕਿੰਨੇ ਪ੍ਰਕਾਰ ਦੀਆਂ ਰਾਸ਼ਟਰਪਤੀ ਨੂੰ ਐਮਰਜੈਂਸੀ ਪਾਵਰਸ ਮਿਲੀਆਂ ਨੇ ਤਾਂ 3 ਪ੍ਰਕਾਰ ਦੀਆਂ ਨੇ ਜੀ। ਸੋ ਅੱਗੇ ਆਪਾਂ ਜਿਵੇਂ ਜਿਵੇਂ ਡਿਸਕਸ ਕਰਾਂਗੇ ਸਾਰਾ ਕੁਝ ਕਲੀਅਰ ਹੋ ਜਾਊਗਾ ਜੀ। ਨੈਕਸਟ ਹੈ ਜੀ ਆਪਣਾ ਕੁਐਸਚਨ ਨੰਬਰ 27। ਰਾਸ਼ਟਰੀ ਸੰਕਟ ਦੀ ਘੋਸ਼ਣਾ ਰਾਸ਼ਟਰਪਤੀ ਕਿਸ ਅਨੁਛੇਦ ਤਹਿਤ ਕਰ ਸਕਦਾ ਹੈ। ਆਪਸ਼ਨ ਏ ਹੈ ਜੀ ਅਨੁਛੇਦ 360, ਬੀ ਹੈ ਜੀ 352, ਸੀ ਹੈ ਜੀ 356, ਡੀ ਹੈ ਜੀ ਅਨੁਛੇਦ 364। ਰਾਸ਼ਟਰੀ ਸੰਕਟ ਕੀ ਹੁੰਦਾ ਹੈ? ਕੋਈ ਵੀ ਬਾਹਰੀ ਦੇਸ਼ ਹਮਲਾ ਕਰਦਾ ਹੈ, ਕੋਈ ਵਿਦੇਸ਼ੀ ਹਮਲਾ ਹੁੰਦਾ ਹੈ, ਜਾਂ ਕਿਸੇ ਰਾਜ ਦੇ ਵਿੱਚ ਕੋਈ ਹਥਿਆਰਬੰਦ ਵਿਦਰੋਹ ਹੋ ਜਾਂਦਾ ਹੈ, ਕੋਈ ਅੰਦਰੂਨੀ ਗੜਬੜ ਹੁੰਦੀ ਹੈ। ਸੋ ਪਹਿਲਾਂ ਜਿਹੜਾ 44ਵੀਂ ਸੋਧ ਦੇ ਅਧੀਨ ਅੰਦਰੂਨੀ ਸ਼ਾਂਤੀ ਦੀ ਜਗ੍ਹਾ ਸਸ਼ਸਤਰ ਵਿਰੋਧ ਸ਼ਬਦ ਵਰਤਿਆ ਜਾਣ ਲੱਗਾ। ਪਹਿਲਾਂ ਅੰਦਰੂਨੀ ਸ਼ਾਂਤੀ ਵਰਤਿਆ ਜਾਂਦਾ ਸੀ ਜੀ 44ਵੀਂ ਸੋਧ ਤੋਂ ਪਹਿਲਾਂ, ਜੋ 1978 ਦੇ ਵਿੱਚ ਹੋਈ ਸੀ 44ਵੀਂ ਸੋਧ। ਸੋ ਉਸ ਤੋਂ ਪਹਿਲਾਂ ਜਿਹੜਾ ਹੈ ਅੰਦਰੂਨੀ ਅਸ਼ਾਂਤੀ ਸ਼ਬਦ ਵਰਤਿਆ ਜਾਂਦਾ ਸੀ, ਪ੍ਰਯੋਗ ਕੀਤਾ ਜਾਂਦਾ ਸੀ। ਉਸ ਤੋਂ ਬਾਅਦ ਜਿਹੜਾ ਹੈ ਸਸ਼ਸਤਰ ਵਿਦਰੋਹ, ਹਮਲੇ ਆਦਿ ਦਾ ਜਿਹੜਾ ਪ੍ਰਯੋਗ ਹੈ ਉਹ ਕੀਤਾ ਜਾਣ ਲੱਗਾ। ਔਰ ਇਸ ਦਾ ਜਿਹੜਾ ਜ਼ਿਕਰ ਕੀਤਾ ਗਿਆ ਹੈ ਰਾਸ਼ਟਰੀ ਸੰਕਟ ਦਾ, ਸੰਕਟਕਾਲੀਨ ਜਿਹੜੀ ਸ਼ਕਤੀ ਮਿਲੀ ਹੈ ਰਾਸ਼ਟਰਪਤੀ ਨੂੰ, ਉਹ ਕੀਤਾ ਗਿਆ ਜੀ ਅਨੁਛੇਦ 352 ਦੇ ਵਿੱਚ। ਸੋ ਆਪਸ਼ਨ ਬੀ ਜਿਹੜਾ ਹੈ ਸਹੀ ਆਨਸਰ ਹੈ। ਰਾਸ਼ਟਰੀ ਸੰਕਟ 352 ਅਨੁਛੇਦ ਦੇ ਵਿੱਚ ਇਸ ਦਾ ਜ਼ਿਕਰ ਹੈ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ ਆਪਣਾ, ਸੋ ਇੱਥੇ ਕਨਫਿਊਜ਼ ਨਾ ਹੋਏ ਜੀ, ਏ ਆਪਸ਼ਨ ਨਹੀਂ ਆਊਗਾ ਇਸ ਦਾ। ਸੋ ਬੀ ਹੀ ਇਸ ਦਾ ਰਾਈਟ ਆਨਸਰ ਹੈ ਜੀ 352। ਨੈਕਸਟ ਹੈ ਜੀ ਕੁਐਸਚਨ ਨੰਬਰ ਆਪਣਾ 28 ਹੈ ਜੀ। ਸੰਵਿਧਾਨਿਕ ਸੰਕਟ ਕਾਲ ਦੀ ਘੋਸ਼ਣਾ ਰਾਸ਼ਟਰਪਤੀ ਕਿਸ ਅਨੁਛੇਦ ਰਾਹੀਂ ਕਰ ਸਕਦਾ ਹੈ ਜੀ। ਆਪਸ਼ਨ ਏ ਹੈ ਜੀ 102, ਬੀ ਹੈ ਜੀ 302, ਸੀ ਹੈ ਜੀ 356, ਡੀ ਹੈ ਜੀ 360। ਸੰਵਿਧਾਨਿਕ ਸੰਕਟ ਕੀ ਹੁੰਦਾ ਜੀ? ਕਿਸੇ ਰਾਜ ਦੇ ਵਿੱਚ ਜੇਕਰ ਸੰਵਿਧਾਨਕ ਪ੍ਰਣਾਲੀ ਫੇਲ ਹੋ ਜਾਂਦੀ, ਸੰਵਿਧਾਨ ਦੇ ਅਨੁਸਾਰ ਕੋਈ ਰਾਜ ਜੇ ਕੰਮ ਨਹੀਂ ਕਰਦਾ ਤਾਂ ਰਾਸ਼ਟਰਪਤੀ ਉੱਥੇ ਰਾਸ਼ਟਰਪਤੀ ਸ਼ਾਸਨ ਜਿਹੜਾ ਲਾਗੂ ਕਰ ਸਕਦਾ ਹੈ। ਸੋ ਸੰਵਿਧਾਨਿਕ ਸੰਕਟ ਕਾਲ ਦੀ ਘੋਸ਼ਣਾ ਕਰ ਸਕਦਾ ਹੈ ਔਰ ਇਹ ਪਾਵਰ ਰਾਸ਼ਟਰਪਤੀ ਨੂੰ ਮਿਲੀ ਹੈ ਜੀ ਅਨੁਛੇਦ 356 ਦੇ ਤਹਿਤ। 356 ਦੇ ਤਹਿਤ ਜਿਹੜੀ ਹੈ ਸੰਵਿਧਾਨਿਕ ਸੰਕਟ ਕਾਲ ਦੀ ਘੋਸ਼ਣਾ ਕਰਨ ਦੀ ਰਾਸ਼ਟਰਪਤੀ ਨੂੰ ਪਾਵਰ ਮਿਲੀ ਹੈ ਜੀ। ਅੱਗੇ ਜੀ ਕੁਐਸਚਨ ਨੰਬਰ 29 ਹੈ ਜੀ। ਵਿੱਤੀ ਸੰਕਟ ਦੀ ਘੋਸ਼ਣਾ ਰਾਸ਼ਟਰਪਤੀ ਕਿਸ ਅਨੁਛੇਦ ਤਹਿਤ ਕਰਦਾ ਹੈ। ਆਪਸ਼ਨ ਏ ਹੈ ਜੀ 340, ਬੀ ਹੈ ਜੀ 360, ਸੀ ਹੈ ਜੀ 364, ਡੀ ਹੈ ਜੀ 370। ਤਾਂ ਇਸ ਦਾ ਜਿਹੜਾ ਸਹੀ ਆਨਸਰ ਆਏਗਾ ਜੀ ਆਪਸ਼ਨ ਬੀ ਹੈ ਜੀ 360 ਦੇ ਤਹਿਤ ਜਿਹੜਾ ਵਿੱਤੀ ਸੰਕਟ ਦੀ ਘੋਸ਼ਣਾ ਕਰ ਸਕਦਾ। ਸੋ ਦੇਸ਼ ਵਿੱਚ ਜੇਕਰ ਆਰਥਿਕ ਜਾਂ ਮਾਲੀ ਸੰਕਟ ਦੇ ਕਾਰਨ ਜਿਹੜੇ ਹਾਲਾਤ ਪੈਦਾ ਹੋ ਜਾਂਦੇ ਨੇ, ਸੋ ਉਸ ਦੇ ਵਿੱਚ ਜਿਹੜਾ ਹੈ ਵਿੱਤੀ ਸੰਕਟ ਘੋਸ਼ਿਤ ਕੀਤਾ ਜਾਂਦਾ ਹੈ ਜੀ। ਅੱਗੇ ਜੀ ਆਪਣਾ ਕੁਐਸਚਨ ਨੰਬਰ 30 ਹੈ ਜੀ। ਰਾਸ਼ਟਰੀ ਸੰਕਟ ਕਾਲ ਦਾ
ਐਲਾਨ ਤੋਂ ਬਾਅਦ ਕਿੰਨੇ ਸਮੇਂ ਵਿੱਚ ਇਸ ਨੂੰ ਸੰਸਦ ਵਿੱਚ ਜਿਹੜੀ ਹੈ ਪ੍ਰਵਾਨਗੀ ਮਿਲਣੀ ਜਾਂ ਸੰਸਦ ਦੁਆਰਾ ਪ੍ਰਵਾਨਗੀ ਮਿਲਣੀ ਜ਼ਰੂਰੀ ਹੈ। ਆਪਸ਼ਨ ਏ ਜੀ 1 ਮਹੀਨਾ, ਬੀ ਹੈ ਜੀ 2 ਮਹੀਨੇ, ਸੀ ਹੈ ਜੀ 3 ਮਹੀਨੇ, ਡੀ ਹੈ ਜੀ 6 ਮਹੀਨੇ। ਤਾਂ ਇਹਦਾ ਜਿਹੜਾ ਸਹੀ ਆਨਸਰ ਆਏਗਾ ਜੀ ਆਪਸ਼ਨ ਏ ਆ ਜੀ 1 ਮਹੀਨੇ ਦੇ ਅੰਦਰ ਅੰਦਰ ਸੰਸਦ ਦੇ 2/3 ਬਹੁਮਤ ਦੇ ਨਾਲ ਰਾਸ਼ਟਰੀ ਸੰਕਟ ਨੂੰ ਪ੍ਰਵਾਨਗੀ ਮਿਲਣੀ ਜ਼ਰੂਰੀ ਹੈ ਜੀ। ਜੇਕਰ ਸੰਸਦ ਦੀ ਪ੍ਰਵਾਨਗੀ ਨਹੀਂ ਮਿਲਦੀ ਤਾਂ ਆਟੋਮੈਟਿਕ ਜਿਹੜਾ ਆਪਣੇ ਆਪ ਹੈ ਇਹ ਸਮਾਪਤ ਹੋ ਜਾਏਗਾ ਜੀ। ਔਰ ਇੱਕ ਚੀਜ਼ ਹੋਰ ਯਾਦ ਰੱਖਣੀ ਹੈ ਕਿ 44ਵੀਂ ਸੋਧ 1978 ਤੋਂ ਪਹਿਲਾਂ ਜਿਹੜਾ ਹੈ ਇਹ ਸਮਾਂ 2 ਮਹੀਨੇ ਦਾ ਹੁੰਦਾ ਸੀ ਜੀ। ਸੋ 2 ਮਹੀਨੇ ਦੇ ਅੰਦਰ ਅੰਦਰ ਪ੍ਰਵਾਨਗੀ ਲੈਣੀ ਜਿਹੜੀ ਜ਼ਰੂਰੀ ਹੁੰਦੀ ਸੀ ਜੀ 1978 ਤੋਂ ਪਹਿਲਾਂ, 44ਵੀਂ ਸੋਧ ਤੋਂ ਪਹਿਲਾਂ। 44ਵੀਂ ਸੋਧ ਦੇ ਵਿੱਚ ਜਿਹੜਾ ਹੈ ਐਲਾਨ ਇਹ ਮਤਲਬ ਕੀਤਾ ਗਿਆ ਸੀ ਕਿ 1 ਮਹੀਨੇ ਦੇ ਅੰਦਰ ਅੰਦਰ ਸੰਸਦ ਦੁਆਰਾ ਪ੍ਰਵਾਨਗੀ ਮਿਲਣੀ ਜ਼ਰੂਰੀ ਹੈ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 31। ਰਾਸ਼ਟਰਪਤੀ ਦੁਆਰਾ ਅਨੁਛੇਦ 352 ਅਧੀਨ ਜਾਰੀ ਕੀਤੀ ਸੰਕਟਕਾਲੀ ਘੋਸ਼ਣਾ ਨੂੰ ਸੰਸਦ ਦੇ ਦੋਹਾਂ ਸਦਨਾਂ ਦੁਆਰਾ ਪ੍ਰਵਾਨ ਹੋਣਾ ਹੋਵੇਗਾ। ਸੋ ਕਿੰਨੇ ਬਹੁਮਤ ਦੇ ਨਾਲ ਪ੍ਰਵਾਨਗੀ ਜ਼ਰੂਰੀ ਹੋਏਗੀ ਜੀ। ਆਪਸ਼ਨ ਏ ਹੈ ਜੀ ਸਧਾਰਨ ਬਹੁਮਤ, ਬੀ ਹੈ ਜੀ 1/4 ਬਹੁਮਤ, ਸੀ ਹੈ ਜੀ 2/3 ਬਹੁਮਤ, ਡੀ ਹੈ ਜੀ 1/2 ਬਹੁਮਤ। ਤਾਂ ਇਸਦਾ ਸਹੀ ਜਿਹੜਾ ਆਨਸਰ ਹੈ ਜੀ ਆਪਸ਼ਨ ਸੀ ਹੈ ਜੀ। ਸੋ 2/3 ਬਹੁਮਤ ਦੇ ਨਾਲ ਪ੍ਰਵਾਨਗੀ ਜਿਹੜੀ ਹੈ ਜ਼ਰੂਰੀ ਹੈ। ਔਰ ਜੇਕਰ ਪ੍ਰਵਾਨਗੀ ਨਹੀਂ ਮਿਲਦੀ ਤਾਂ ਰਾਸ਼ਟਰਪਤੀ ਦੇ ਇਸ ਫੈਸਲੇ ਨੂੰ ਜਿਹੜਾ ਸਰਵਉੱਚ ਅਦਾਲਤ ਦੇ ਵਿੱਚ ਚੁਣੌਤੀ ਵੀ ਦਿੱਤੀ ਜਾ ਸਕਦੀ ਹੈ। ਇਹ ਵੀ ਜਿਹੜੇ ਕੀਤੀ ਗਈ ਸੀ ਤਰਤੀਬ ਉਹ 44ਵੀਂ ਸੋਧ ਦੇ ਵਿੱਚ ਹੀ ਕੀਤੀ ਗਈ ਸੀ ਕਿ ਜਿਹੜਾ ਹੈ ਰਾਸ਼ਟਰਪਤੀ ਦੁਆਰਾ ਕੀਤੇ ਇਸ ਸੰਕਟ ਕਾਲ ਨੂੰ ਚੁਣੌਤੀ ਜਿਹੜੀ ਹੈ ਉਹ ਨਿਆਂਪਾਲਿਕਾ ਦੇ ਵਿੱਚ ਦਿੱਤੀ ਜਾ ਸਕਦੀ। ਸੋ ਸਰਵਉੱਚ ਅਦਾਲਤ ਦੇ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ। 44ਵੀਂ ਸੋਧ ਤੋਂ ਬਾਅਦ ਇਹ ਜਿਹੜਾ ਪ੍ਰਾਵਧਾਨ ਕੀਤਾ ਗਿਆ ਸੀ ਜੀ। ਔਰ ਪ੍ਰਵਾਨਗੀ ਜਿਹੜੀ ਹੈ ਸੰਕਟ ਕਾਲ ਦੀ ਘੋਸ਼ਣਾ ਦੀ ਉਹ 2/3 ਬਹੁਮਤ ਦੇ ਨਾਲ ਪਾਸ ਹੋਣੀ ਜ਼ਰੂਰੀ। ਕੁਐਸਚਨ ਨੰਬਰ ਅੱਗੇ 32 ਹੈ ਜੀ ਸੰਕਟਕਾਲੀ ਘੋਸ਼ਣਾ ਕਿੰਨੇ ਸਮੇਂ ਤੱਕ ਲਾਗੂ ਰਹਿੰਦੀ। ਆਪਸ਼ਨ ਹੈ ਜੀ 3 ਮਹੀਨੇ, ਬੀ ਹੈ ਜੀ 6 ਮਹੀਨੇ, ਡੀ ਹੈ ਜੀ 1 ਸਾਲ, ਸੀ ਹੈ ਜੀ 14 ਮਹੀਨੇ। ਤਾਂ ਇਸਦਾ ਸਹੀ ਆਨਸਰ ਹੈ ਜੀ ਰਾਸ਼ਟਰੀ ਸੰਕਟ ਕਾਲ ਦੀ ਸਥਿਤੀ ਜੇਕਰ ਪ੍ਰਵਾਨਗੀ ਮਿਲ ਜਾਂਦੀ ਹੈ ਸੰਸਦ ਦੀ ਤਾਂ 6 ਮਹੀਨੇ ਤੱਕ ਜਾਰੀ ਰਹਿ ਜਾਂਦੀ ਹੈ ਜੀ। ਔਰ ਉਸ ਪਿੱਛੋਂ ਇਸ ਨੂੰ ਜਾਰੀ ਰੱਖਣ ਲਈ ਹਰੇਕ 6 ਮਹੀਨਿਆਂ ਪਿੱਛੋਂ ਜਿਹੜੀ ਸੰਸਦ ਦੀ ਪ੍ਰਵਾਨਗੀ ਜ਼ਰੂਰੀ ਹੋਵੇਗੀ। ਸੋ ਸੰਕਟ ਕਲਾਨ ਯਾਦ ਰੱਖਣਾ ਕਿ ਸੰਕਟਕਾਲੀਨ ਐਲਾਨ ਸੰਸਦ ਦੀ 1 ਮਹੀਨੇ ਅੰਦਰ ਪ੍ਰਵਾਨਗੀ ਮਿਲਣ ਤੋਂ ਪਿੱਛੋਂ 6 ਮਹੀਨੇ ਤੱਕ ਜਾਰੀ ਰਹੇਗਾ। ਔਰ ਅੱਗੇ ਫਿਰ ਜਿਹੜਾ ਹੈ ਉਸ ਤੋਂ ਪਿੱਛੋਂ ਇਸ ਨੂੰ ਜਾਰੀ ਰੱਖਣ ਦੇ ਲਈ ਹਰੇਕ 6 ਮਹੀਨੇ ਪਿੱਛੋਂ ਪ੍ਰਵਾਨਗੀ ਜ਼ਰੂਰੀ ਹੋਵੇਗੀ। ਅੱਗੇ ਹੈ ਜੀ ਕੁਐਸਚਨ ਨੰਬਰ ਆਪਣਾ 33 ਹੈ ਜੀ ਸੰਸਦ ਦੁਆਰਾ ਸੰਕਟ ਕਾਲ ਸਮੇਂ ਰਾਜ ਸੂਚੀ ਦੇ ਵਿਸ਼ਿਆਂ 'ਤੇ ਬਣਾਇਆ ਕਾਨੂੰਨ ਕਿੰਨਾ ਸਮਾਂ ਲਾਗੂ ਰਹਿ ਸਕਦਾ ਹੈ। ਆਪਸ਼ਨ ਏ ਜੀ 3 ਮਹੀਨੇ, ਬੀ ਹੈ ਜੀ 4 ਮਹੀਨੇ, ਸੀ ਹੈ ਜੀ 6 ਮਹੀਨੇ, ਡੀ ਹੈ ਜੀ 9 ਮਹੀਨੇ। ਤਾਂ ਇਹਦਾ ਜਿਹੜਾ ਸਹੀ ਆਨਸਰ ਆਏਗਾ ਜੀ ਆਪਸ਼ਨ ਸੀ ਹੈ ਜੀ 6 ਮਹੀਨੇ ਤੱਕ। ਸੋ ਰਾਜ ਸੂਚੀ 'ਤੇ ਜੇਕਰ ਸੰਕਟ ਕਾਲਨ ਦੇ ਸਮੇਂ ਜਿਹੜਾ ਹੈ ਸਾਰੀਆਂ ਪਾਵਰਾਂ ਜਿਹੜੀਆਂ ਸੰਸਦ ਦੇ ਕੋਲ ਆ ਜਾਂਦੀਆਂ ਨੇ ਔਰ ਰਾਜ ਸੂਚੀ 'ਤੇ ਵੀ ਉਹ ਕਾਨੂੰਨ ਬਣਾ ਸਕਦੀ ਹੈ ਔਰ ਉਹ ਕਾਨੂੰਨ ਜਿਹੜੇ ਨੇ 6 ਮਹੀਨੇ ਲਾਗੂ ਰਹਿਣਗੇ ਸੰਕਟ ਕਾਲ ਦੀ ਸਮਾਪਤੀ ਤੋਂ ਬਾਅਦ। ਨੈਕਸਟ ਹੈ ਜੀ ਕੁਐਸਚਨ ਨੰਬਰ 34 ਹੈ ਜੀ ਚੀਨ ਦੇ ਹਮਲੇ ਸਮੇਂ ਰਾਸ਼ਟਰੀ ਸੰਕਟ ਕਾਲ ਦੀ ਘੋਸ਼ਣਾ ਕੀਤੀ ਗਈ ਸੀ। ਆਪਸ਼ਨ ਹੈ ਜੀ 26 ਅਕਤੂਬਰ 1946, ਬੀ ਹੈ ਜੀ 27 ਅਕਤੂਬਰ 1962, ਸੀ ਹੈ ਜੀ 28 ਜੁਲਾਈ 1962, ਡੀ ਹੈ ਜੀ 26 ਅਕਤੂਬਰ 1962। ਤਾਂ ਇਸਦਾ ਜਿਹੜਾ ਸਹੀ ਆਨਸਰ ਆਏਗਾ ਜੀ ਆਪਸ਼ਨ ਡੀ ਹੈ ਜੀ 26 ਅਕਤੂਬਰ 1962 ਨੂੰ ਜਿਹੜੀ ਸੰਕਟ ਕਾਲ ਦੀ ਘੋਸ਼ਣਾ ਧਾਰਾ 352(1) ਦੇ ਤਹਿਤ ਕੀਤੀ ਗਈ ਸੀ। 352(1) ਦੇ ਤਹਿਤ ਜਿਹੜੀ ਹੈ ਰਾਸ਼ਟਰੀ ਸੰਕਟ ਦੀ ਘੋਸ਼ਣਾ ਕੀਤੀ ਗਈ ਸੀ ਔਰ ਇਹ ਜਿਹੜੀ ਸਮਾਪਤ ਹੋਈ ਸੀ ਉਹ ਹੋਈ ਸੀ ਜੀ ਜਨਵਰੀ 1968 ਨੂੰ। ਸੋ ਜਨਵਰੀ 1968 ਦੇ ਵਿੱਚ ਇਹ ਸਮਾਪਤ ਹੋਈ ਸੀ ਔਰ ਯਾਦ ਰੱਖਣਾ ਹੈ ਕਿ ਇਹ ਪਹਿਲੇ ਸਮੇਂ ਜਿਹੜੀ ਫਸਟ ਟਾਈਮ ਜਿਹੜਾ ਹੈ ਰਾਸ਼ਟਰੀ ਸੰਕਟ ਦੀ ਘੋਸ਼ਣਾ ਕੀਤੀ ਗਈ ਸੀ। ਅੱਗੇ ਹੈ ਜੀ ਕੁਐਸਚਨ ਨੰਬਰ 35 ਸੰਕਟ ਕਾਲ ਦੀ ਘੋਸ਼ਣਾ ਨੂੰ ਜਾਰੀ ਰੱਖਣ ਵਿਰੁੱਧ ਪ੍ਰਸਤਾਵ ਕੌਣ ਪਾਸ ਕਰ ਸਕਦਾ ਹੈ। ਆਪਸ਼ਨ ਏ ਜੀ ਲੋਕ ਸਭਾ, ਬੀ ਹੈ ਜੀ ਰਾਜ ਸਭਾ, ਸੀ ਹੈ ਰਾਸ਼ਟਰਪਤੀ, ਡੀ ਹੈ ਜੀ ਸਪੀਕਰ। ਤਾਂ ਇਹਦਾ ਸਹੀ ਆਨਸਰ ਹੈ ਜੀ ਆਪਸ਼ਨ ਏ ਜੀ ਲੋਕ ਸਭਾ। ਸੋ ਲੋਕ ਸਭਾ ਜਿਹੜੀ ਸੰਕਟ ਕਾਲ ਦੀ ਘੋਸ਼ਣਾ ਨੂੰ ਜਾਰੀ ਰੱਖਣ ਵਿਰੁੱਧ ਜਿਹੜੀ ਪ੍ਰਸਤਾਵ ਪਾਸ ਕਰ ਸਕਦੀ ਹੈ। ਯਾਦ ਰੱਖਣਾ ਕਿ ਰਾਸ਼ਟਰਪਤੀ ਜਦੋਂ ਚਾਹੇ ਰਾਸ਼ਟਰੀ ਸੰਕਟ ਕਾਲ ਦੀ ਜਿਹੜੀ ਸਮਾਪਤੀ ਹੈ ਉਹ ਕਰ ਸਕਦਾ ਹੈ ਔਰ ਇਸ ਦੇ ਉਪਰੰਤ ਜਿਹੜਾ ਹੈ 44ਵੀਂ ਸੋਧ ਹੋਈ ਹੈ ਉਸ ਦੇ ਤਹਿਤ ਲੋਕ ਸਭਾ ਜਿਹੜੀ ਹੈ ਸਧਾਰਨ ਬਹੁਮਤ
ਨਾਲ ਸੰਕਟ ਕਾਲ ਨੂੰ ਖਤਮ ਕਰਨ ਦਾ ਪ੍ਰਸਤਾਵ ਵੀ ਪਾਸ ਕਰ ਸਕਦੀ ਹੈ। ਔਰ ਅਜਿਹਾ ਮਤਾ ਪੇਸ਼ ਕਰਨ ਦੀ ਲੋਕ ਸਭਾ ਦੇ ਕੁੱਲ ਮੈਂਬਰ ਜਿਹੜੇ ਨੇ ਉਹਨਾਂ ਦਾ 10ਵੇਂ ਭਾਗ ਦੁਆਰਾ ਲਿਖਤੀ ਸੂਚਨਾ ਸਪੀਕਰ ਨੂੰ ਦੇਣੀ ਪਵੇਗੀ। ਅਤੇ ਜੇਕਰ ਲੋਕ ਸਭਾ ਦਾ ਇਜਲਾਸ ਨਹੀਂ ਚੱਲ ਰਿਹਾ ਤਾਂ ਇਹ ਸੂਚਨਾ ਜਿਹੜੀ ਹੈ ਲੋਕ ਸਭਾ ਨੂੰ ਰਾਸ਼ਟਰਪਤੀ ਨੂੰ ਦੇਣੀ ਪਵੇਗੀ। ਸੂਚਨਾ ਮਿਲਣ ਦੇ 14 ਦਿਨ ਦੇ ਅੰਦਰ ਅੰਦਰ ਲੋਕ ਸਭਾ ਦਾ ਇਜਲਾਸ ਬੁਲਾਇਆ ਜਾਂਦਾ ਹੈ ਔਰ ਮਤੇ ਉੱਤੇ ਵਿਚਾਰ ਕੀਤਾ ਜਾਂਦਾ ਹੈ ਔਰ ਮਤਾ ਪਾਸ ਹੋ ਜਾਣ ਪਿੱਛੋਂ ਰਾਸ਼ਟਰਪਤੀ ਨੂੰ ਜਿਹੜੀ ਹੈ ਸੰਕਟ ਕਾਲ ਦਾ ਐਲਾਨ ਜਿਹੜਾ ਉਹ ਵਾਪਸ ਲੈਣਾ ਪੈਂਦਾ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 36। ਸੰਵਿਧਾਨਕ ਸੰਕਟ ਅਤੇ ਵਿੱਤੀ ਸੰਕਟ ਦੀ ਘੋਸ਼ਣਾ ਸੰਸਦ ਦੀ ਪ੍ਰਵਾਨਗੀ ਬਿਨਾਂ ਕਿੰਨਾ ਸਮਾਂ ਲਾਗੂ ਰਹਿ ਸਕਦੀ ਹੈ? ਆਪਸ਼ਨ ਏ ਹੈ ਜੀ 1 ਮਹੀਨਾ, ਬੀ ਹੈ ਜੀ 2 ਮਹੀਨੇ, ਸੀ ਹੈ ਜੀ 3 ਮਹੀਨੇ, ਡੀ ਹੈ ਜੀ 6 ਮਹੀਨੇ। ਤਾਂ ਇਸ ਦਾ ਜਿਹੜਾ ਸਹੀ ਆਨਸਰ ਆਏਗਾ ਜੀ ਆਪਸ਼ਨ ਬੀ ਹੈ ਜੀ। ਸੋ ਜਿਹੜਾ ਸੰਵਿਧਾਨਕ ਸੰਕਟ ਹੈ ਔਰ ਵਿੱਤੀ ਸੰਕਟ ਹੈ ਜਿਹੜਾ ਹੈ ਸੰਸਦ ਦੀ ਪ੍ਰਵਾਨਗੀ ਬਿਨਾਂ 2 ਮਹੀਨੇ ਤੱਕ ਲਾਗੂ ਰਹਿ ਸਕਦਾ। 2 ਮਹੀਨੇ ਬਾਅਦ ਜਿਹੜਾ ਜੇਕਰ ਸੰਸਦ ਦੀ ਪ੍ਰਵਾਨਗੀ 2/3 ਬਹੁਮਤ ਨਾਲ ਨਹੀਂ ਮਿਲਦੀ ਤਾਂ ਆਟੋਮੈਟਿਕ ਸਮਾਪਤ ਹੋ ਜਾਏਗਾ। ਯਾਦ ਰੱਖਣਾ ਸਿਰਫ ਜਿਹੜਾ ਰਾਸ਼ਟਰੀ ਸੰਕਟ ਹੈ ਉਸ ਦੇ ਵਿੱਚ ਫਰਕ ਹੈ। ਰਾਸ਼ਟਰੀ ਸੰਕਟ 1 ਮਹੀਨੇ 'ਚ ਖਤਮ ਹੋ ਜਾਂਦਾ ਜੇਕਰ ਸੰਸਦ ਦੀ ਪ੍ਰਵਾਨਗੀ ਨਹੀਂ ਮਿਲਦੀ, ਪਰ ਜਿਹੜਾ ਸੰਵਿਧਾਨਕ ਅਤੇ ਵਿੱਤੀ ਸੰਕਟ ਹੈ ਉਹ 2 ਮਹੀਨੇ ਬਾਅਦ ਸਮਾਪਤ ਹੁੰਦਾ ਜੇਕਰ ਸੰਸਦ ਦੀ ਪ੍ਰਵਾਨਗੀ ਨਹੀਂ ਮਿਲਦੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ ਆਪਣਾ 37। ਭਾਰਤ ਵਿੱਚ ਦੂਜੀ ਵਾਰ ਸੰਕਟ ਕਾਲ ਦੀ ਘੋਸ਼ਣਾ ਕਦੋਂ ਕੀਤੀ ਗਈ? ਆਪਸ਼ਨ ਏ ਹੈ ਜੀ 26 ਜੁਲਾਈ 1970, ਬੀ ਹੈ ਜੀ 30 ਦਸੰਬਰ 1971, ਸੀ ਹੈ ਜੀ 3 ਦਸੰਬਰ 1971, ਡੀ ਹੈ ਜੀ 24 ਦਸੰਬਰ 1971। ਤਾਂ ਇਸ ਦਾ ਸਹੀ ਆਨਸਰ ਆਏਗਾ ਜੀ ਆਪਸ਼ਨ ਸੀ ਜੀ। 3 ਦਸੰਬਰ 1971 ਨੂੰ ਦੂਜੀ ਵਾਰ ਜਿਹੜੀ ਇਹ ਸੰਕਟ ਕਾਲ ਦੀ ਘੋਸ਼ਣਾ ਕੀਤੀ ਗਈ ਸੀ ਜਦੋਂ ਪਾਕਿਸਤਾਨ ਨੇ ਭਾਰਤ 'ਤੇ ਹਮਲਾ ਕੀਤਾ ਸੀ ਜੀ। ਔਰ ਇੱਕ ਚੀਜ਼ ਹੋਰ ਯਾਦ ਰੱਖਣੀ ਹੈ ਕਿ ਪਾਕਿਸਤਾਨ ਨੇ ਜਦੋਂ ਸਤੰਬਰ 1965 'ਚ ਹਮਲਾ ਕੀਤਾ ਸੀ ਉਦੋਂ ਜਿਹੜੀ ਚੀਨ ਵਾਲੀ ਰਾਸ਼ਟਰੀ ਸੰਕਟ ਕਾਲ ਘੋਸ਼ਿਤ ਕੀਤਾ ਗਿਆ ਸੀ ਉਹੀ ਚੱਲ ਰਿਹਾ ਸੀ ਜੀ। ਸੋ ਇਸ ਕਰਕੇ ਜਿਹੜਾ ਹੈ 1965 ਦੇ ਪਾਕਿਸਤਾਨ ਦੇ ਹਮਲੇ ਵੇਲੇ ਸੰਕਟ ਕਾਲ ਦਾ ਐਲਾਨ ਕਰਨ ਦੀ ਲੋੜ ਨਹੀਂ ਸੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 38। ਸੰਵਿਧਾਨਕ ਸੰਕਟ ਦੌਰਾਨ ਕਿੰਨੇ ਸਾਲ ਤੋਂ ਵੱਧ ਕਿਸੇ ਰਾਜ ਵਿੱਚ ਰਾਸ਼ਟਰੀ ਰਾਜ ਲਾਗੂ ਨਹੀਂ ਰੱਖਿਆ ਜਾ ਸਕਦਾ? ਸੋ 44ਵੀਂ ਸੋਧ ਤੋਂ ਪਹਿਲਾਂ ਦੱਸਣਾ ਹੈ ਕਿ 44ਵੀਂ ਸੋਧ ਜਿਹੜੀ ਹੋਈ ਹੈ ਉਸ ਤੋਂ ਪਹਿਲਾਂ ਸੰਵਿਧਾਨਕ ਸੰਕਟ ਦੌਰਾਨ ਕਿੰਨੇ ਸਾਲ ਤੋਂ ਵੱਧ ਕਿਸੇ ਰਾਜ ਵਿੱਚ ਰਾਸ਼ਟਰੀ ਰਾਜ ਲਾਗੂ ਨਹੀਂ ਸੀ ਰੱਖਿਆ ਜਾ ਸਕਦਾ। ਆਪਸ਼ਨ ਏ ਜੀ 5 ਸਾਲ, ਬੀ ਹੈ ਜੀ 7 ਸਾਲ, ਸੀ ਹੈ ਜੀ 3 ਸਾਲ, ਡੀ ਹੈ ਜੀ 1 ਸਾਲ। ਤਾਂ ਇਸ ਦਾ ਜਿਹੜਾ ਸਹੀ ਆਨਸਰ ਹੈ ਜੀ ਆਪਸ਼ਨ ਸੀ ਹੈ ਜੀ। ਸੋ 44ਵੀਂ ਸੋਧ ਤੋਂ ਪਹਿਲਾਂ ਯਾਦ ਰੱਖਣਾ ਹੈ ਕਿ 44ਵੀਂ ਸੋਧ ਜੋ ਹੋਈ ਹੈ 1978 ਦੇ ਵਿੱਚ ਹੋਈ ਹੈ। 44ਵੀਂ ਔਰ 42ਵੀਂ ਜਿਹੜੀ ਸੋਧ ਹੋਈ ਹੈ ਇਹਦੇ ਵਿੱਚੋਂ ਬਹੁਤ ਵਾਰ ਕੁਐਸਚਨ ਜਿਹੜੇ ਐਗਜ਼ਾਮ ਦੇ ਵਿੱਚ ਆਉਂਦੇ ਨੇ ਕਿਉਂਕਿ ਬਹੁਤ ਇੰਪੋਰਟੈਂਟ ਹੈ ਜਿਹੜੀਆਂ ਅਮੈਂਡਮੈਂਟ ਸੀ ਜੀ। ਸੋ 44ਵੀਂ ਸੋਧ ਯਾਦ ਰੱਖਣਾ, 44ਵੀਂ ਸੋਧ ਤੋਂ ਪਹਿਲਾਂ ਵੱਧ ਤੋਂ ਵੱਧ ਜਿਹੜਾ ਹੈ ਸੰਵਿਧਾਨਕ ਸੰਕਟ ਉਹ ਰੱਖਿਆ ਜਾ ਸਕਦਾ ਸੀ ਜੀ ਲਾਗੂ ਰਾਸ਼ਟਰਪਤੀ ਰਾਜ 3 ਸਾਲ ਤੱਕ। ਸੋ 3 ਸਾਲ ਤੱਕ, ਉਸ ਤੋਂ ਬਾਅਦ ਅਮੈਂਡਮੈਂਟ ਕਰਕੇ ਜਿਹੜਾ 1 ਸਾਲ ਸਮਾਂ ਕੀਤਾ ਗਿਆ ਸੀ ਔਰ ਲੋੜ ਪੈਣ 'ਤੇ ਜਿਹੜਾ ਇਹ ਸਮਾਂ ਹੋਰ ਵੀ ਵਧਾਇਆ ਜਾ ਸਕਦਾ ਸੀ। ਸੋ ਵੱਖ-ਵੱਖ ਸੋਧਾਂ ਦੇ ਰਾਹੀਂ ਜਿਵੇਂ ਜਿਵੇਂ ਜ਼ਰੂਰਤ ਪਈ ਫਿਰ ਜਿਹੜਾ ਹੈ ਇਸ ਨੂੰ ਵਧਾਇਆ ਗਿਆ। ਜਿਵੇਂ ਪੰਜਾਬ ਦੀਆਂ ਵਿਸ਼ੇਸ਼ ਸਥਿਤੀਆਂ ਨੂੰ ਮੁੱਖ ਰੱਖਦਿਆਂ ਹੋਇਆਂ 1987 ਦੇ ਵਿੱਚ 1987 ਦੇ ਵਿੱਚ ਘੋਸ਼ਿਤ ਕੀਤਾ ਗਿਆ ਜਿਹੜਾ ਸੰਵਿਧਾਨਕ ਸੰਕਟ ਕਾਲ ਸੀ ਉਹ ਫਰਵਰੀ 1992 ਤੱਕ ਜਾਰੀ ਰਿਹਾ ਸੀ ਜੀ। ਸੋ ਵੱਖ-ਵੱਖ ਅਮੈਂਡਮੈਂਟ ਦੇ ਰਾਹੀਂ ਜੀ। ਨੈਕਸਟ ਹੈ ਜੀ ਕੁਐਸਚਨ ਨੰਬਰ 39। ਅਨੁਛੇਦ 356 ਅਧੀਨ ਜਾਰੀ ਕੀਤੀ ਘੋਸ਼ਣਾ ਨੂੰ 1 ਸਾਲ ਤੋਂ ਵੱਧ ਜਾਰੀ ਰੱਖਣ ਦੀ ਪ੍ਰਵਾਨਗੀ ਸੰਸਦ ਤਾਂ ਹੀ ਦੇਵੇਗੀ ਜੇਕਰ ਆਪਸ਼ਨ ਏ ਹੈ ਜੀ ਭਾਰਤ ਵਿੱਚ ਜਾਂ ਸੰਬੰਧਿਤ ਰਾਜ ਵਿੱਚ ਸੰਕਟਕਾਲੀ ਘੋਸ਼ਣਾ ਅਨੁਛੇਦ 356 ਅਧੀਨ ਲਾਗੂ ਹੋਵੇ, ਬੀ ਹੈ ਜੀ ਚੋਣ ਆਯੋਗ ਨੂੰ ਇਹ ਪ੍ਰਮਾਣ ਪੱਤਰ ਦੇਣਾ ਪਵੇਗਾ ਕਿ ਉਸ ਰਾਜ ਵਿੱਚ ਚੋਣਾਂ ਨਹੀਂ ਕਰਵਾਈਆਂ ਜਾ ਸਕਦੀਆਂ ਅਤੇ ਇਸ ਕਾਰਨ ਅਨੁਛੇਦ 356 ਅਧੀਨ ਜਾਰੀ ਘੋਸ਼ਣਾ ਦਾ ਕੁਝ ਸਮੇਂ ਹੋਰ ਲਾਗੂ ਰਹਿਣਾ ਜ਼ਰੂਰੀ ਹੈ। ਆਪਸ਼ਨ ਸੀ ਹੈ ਜੀ ਉਪਰੋਕਤ ਦੋਵੇਂ, ਡੀ ਹੈ ਜੀ ਦੋਹਾਂ ਵਿੱਚੋਂ ਕੋਈ ਨਹੀਂ। ਤਾਂ ਇਸ ਦਾ ਜਿਹੜਾ ਸਹੀ ਆਨਸਰ ਆਏਗਾ ਜੀ ਆਪਸ਼ਨ ਸੀ ਹੈ ਜੀ ਉਪਰੋਕਤ ਦੋਵੇਂ। ਸੋ ਜਿਵੇਂ ਆਪਾਂ ਡਿਸਕਸ ਕੀਤਾ ਕਿ 44ਵੀਂ ਸੋਧ ਤੋਂ ਪਹਿਲਾਂ ਜਿਹੜਾ 3 ਸਾਲ ਤੱਕ ਵੱਧ ਤੋਂ ਵੱਧ ਜਿਹੜਾ ਹੈ ਲਾਗੂ ਰੱਖਿਆ ਜਾ ਸਕਦਾ ਸੀ ਸੰਵਿਧਾਨਕ ਸੰਕਟ ਨੂੰ, ਔਰ ਉਸ ਤੋਂ ਬਾਅਦ ਜਿਹੜਾ 44ਵੀਂ ਸੋਧ ਤੋਂ ਬਾਅਦ ਇਹ ਕੀਤਾ ਗਿਆ ਕਿ ਵੱਧ ਤੋਂ ਵੱਧ 1 ਸਾਲ ਤੱਕ ਜਿਹੜਾ ਸੰਵਿਧਾਨਕ ਸੰਕਟ ਦੇ ਦੌਰਾਨ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾ ਸਕਦਾ। ਸੋ ਖਾਸ ਹਾਲਤਾਂ ਦੇ ਵਿੱਚ ਜੇਕਰ ਚੋਣ ਆਯੋਗ ਇਹ ਪ੍ਰਮਾਣ ਪੱਤਰ ਦਿੰਦਾ ਕਿ ਉਸ ਰਾਜ ਵਿੱਚ ਚੋਣਾਂ ਨਹੀਂ ਕਰਵਾਈਆਂ ਜਾ ਸਕਦੀਆਂ ਅਤੇ ਇਸ ਕਾਰਨ ਅਨੁਛੇਦ 356 ਅਧੀਨ ਜਾਰੀ ਜਿਹੜੀ ਘੋਸ਼ਣਾ ਹੈ ਕੁਝ ਸਮੇਂ ਤੱਕ ਹੋਰ ਉਸ ਨੂੰ ਲਾਗੂ ਰਹਿਣ ਦਿਓ
ਔਰ 356 ਜਿਹੜਾ ਹੈ ਸੰਬੰਧਿਤ ਰਾਜ ਵਿੱਚ ਸੰਕਟਕਾਲੀ ਘੋਸ਼ਣਾ ਅਧੀਨ ਲਾਗੂ ਹੋਵੇ। ਤਾਂ ਇਹ ਦੋ ਸ਼ਰਤਾਂ ਜੇਕਰ ਹੋਣ, ਦੋਵਾਂ ਸ਼ਰਤਾਂ ਜੇ ਪੂਰੀਆਂ ਹੁੰਦੀਆਂ ਨੇ ਤਾਂ ਸੰਸਦ 1 ਸਾਲ ਤੋਂ ਵੱਧ ਰਾਸ਼ਟਰਪਤੀ ਰਾਜ ਜਾਰੀ ਰੱਖਣ ਲਈ ਪ੍ਰਸਤਾਵ ਜਿਹੜੀ ਹੈ ਪਾਸ ਕਰ ਸਕਦੀ ਹੈ। ਜੇਕਰ ਦੋਵੇਂ ਸ਼ਰਤਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਸੰਸਦ 1 ਸਾਲ ਤੋਂ ਵੱਧ ਰਾਸ਼ਟਰਪਤੀ ਰਾਜ ਜਾਰੀ ਰੱਖਣ ਲਈ ਪ੍ਰਸਤਾਵ ਪਾਸ ਨਹੀਂ ਕਰ ਸਕਦੀ ਜੀ। ਨੈਕਸਟ ਹੈ ਜੀ ਕੁਐਸਚਨ ਨੰਬਰ ਆਪਣਾ 40, ਕਿਸ ਸੰਵਿਧਾਨਕ ਤਰਤੀਬ ਅਧੀਨ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਦੀ ਮਿਆਦ ਵੱਧ ਤੋਂ ਵੱਧ 3 ਸਾਲ ਕੀਤੀ ਗਈ? ਆਪਸ਼ਨ ਏ ਜੀ 44ਵੀਂ, ਬੀ ਹੈ ਜੀ 42ਵੀਂ, ਸੀ ਹੈ ਜੀ 58ਵੀਂ, ਡੀ ਹੈ ਜੀ 59th। ਤਾਂ ਇਸ ਦਾ ਜਿਹੜਾ ਸਹੀ ਆਨਸਰ ਹੈ ਜੀ ਆਪਸ਼ਨ ਡੀ ਹੈ ਜੀ। ਸੋ 59th ਜਿਹੜੀ ਅਮੈਂਡਮੈਂਟ ਹੋਈ ਸੀ ਅਪ੍ਰੈਲ 1990 ਦੇ ਵਿੱਚ। ਸੋ ਉਸ ਦੇ ਤਹਿਤ ਜਿਹੜਾ ਹੈ ਉਸ ਤਰਤੀਬ ਦੇ ਦੁਆਰਾ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਜਿਹੜਾ 3 ਸਾਲ ਖਤਮ ਹੋਣ ਤੋਂ ਬਾਅਦ 6 ਮਹੀਨੇ ਹੋਰ ਵਧਾਉਣ ਦੀ ਵਿਵਸਥਾ ਕੀਤੀ ਗਈ ਸੀ। ਸੌਰੀ, ਥੋੜ੍ਹੀ ਜਿਹੀ ਕਨਫਿਊਜ਼ਨ ਹੋ ਗਈ ਜੀ। 3 ਸਾਲ ਕੀਤੀ ਗਈ ਸੀ ਪਹਿਲਾਂ, ਇਸ ਚੀਜ਼ ਨੂੰ ਥੋੜ੍ਹਾ ਜਿਹਾ ਸਮਝ ਲਓ ਜੀ। 3 ਸਾਲ ਪਹਿਲਾਂ ਜਿਹੜੀ ਹੈ ਕੀਤੀ ਗਈ ਸੀ ਰਾਸ਼ਟਰਪਤੀ ਰਾਜ ਦੀ ਮਿਆਦ, ਉਹ ਕੀਤੀ ਗਈ ਸੀ 59ਵੀਂ ਸੋਧ ਦੇ ਰਾਹੀਂ, ਪਰ ਹਾਲਾਤ ਠੀਕ ਨਹੀਂ ਸੀ ਹੋਏ। ਉਸ ਤੋਂ ਬਾਅਦ ਜਿਹੜਾ ਹੈ ਫਿਰ 1990 ਵਿੱਚ 64ਵੀਂ ਸੋਧ ਦੇ ਰਾਹੀਂ 6 ਮਹੀਨੇ ਹੋਰ ਵਧਾਇਆ ਗਿਆ ਸੀ 3 ਸਾਲ ਤੋਂ ਉੱਪਰ। ਔਰ ਫਿਰ ਜਿਹੜਾ ਹੈ ਉਸ ਤੋਂ ਬਾਅਦ 67ਵੀਂ ਅਤੇ 68ਵੀਂ 67th 68th ਇਹ ਜਿਹੜੀਆਂ ਸੋਧਾਂ ਹੋਈਆਂ, ਇਸ ਦੇ ਰਾਹੀਂ ਜਿਹੜਾ ਫਿਰ 6-6 ਸਾਲ ਜਿਹੜਾ ਸਮਾਂ ਵਧਾਇਆ ਗਿਆ ਸੀ। ਸੋ ਸਿੰਪਲ ਜਿਹਾ ਜੀ ਯਾਦ ਰੱਖਣਾ, ਥੋੜ੍ਹਾ ਕਨਫਿਊਜ਼ਨ ਹੋ ਗਈ ਸੀ। 59ਵੀਂ ਸੋਧ ਦੇ ਰਾਹੀਂ ਜਿਹੜੀ ਹੈ ਰਾਸ਼ਟਰਪਤੀ ਰਾਜ ਦੀ ਮਿਆਦ ਵੱਧ ਤੋਂ ਵੱਧ 3 ਸਾਲ ਕੀਤੀ ਗਈ ਸੀ। ਔਰ ਉਸ ਤੋਂ ਬਾਅਦ 64ਵੀਂ ਦੇ ਰਾਹੀਂ 6 ਮਹੀਨੇ ਹੋਰ ਵਧਾਈ ਗਈ। 67ਵੀਂ ਅਤੇ 68ਵੀਂ ਦੇ ਰਾਹੀਂ 6-6 ਮਹੀਨੇ ਹੋਰ ਜਿਹੜੀ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਦੀ ਮਿਆਦ ਜਿਹੜੀ ਉਹ ਵਧਾਈ ਗਈ ਸੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 41, ਰਾਜ ਵਿੱਚ ਸੰਵਿਧਾਨਿਕ ਸੰਕਟ ਤੇ ਵਿਧਾਨ ਸਭਾ ਭੰਗ ਕਰਨ ਜਾਂ ਮੁਅੱਤਲ ਕਰਨ ਦਾ ਫੈਸਲਾ ਕਿਸ ਦੁਆਰਾ ਕੀਤਾ ਜਾਂਦਾ? ਆਪਸ਼ਨ ਏ ਜੀ ਪ੍ਰਧਾਨ ਮੰਤਰੀ, ਬੀ ਹੈ ਜੀ ਰਾਸ਼ਟਰਪਤੀ, ਸੀ ਹੈ ਜੀ ਰਾਜ ਸਭਾ ਦੇ ਚੇਅਰਮੈਨ, ਡੀ ਹੈ ਜੀ ਸੰਸਦ। ਤਾਂ ਇਸ ਦਾ ਜਿਹੜਾ ਸਹੀ ਆਨਸਰ ਆਏਗਾ ਜੀ ਆਪਸ਼ਨ ਡੀ ਜੀ। ਸੋ ਇਸ ਦਾ ਜਿਹੜਾ ਫੈਸਲਾ ਹੈ ਸੰਸਦ ਨੂੰ ਭੰਗ ਕਰਨ ਦਾ ਜਾਂ ਮੁਅੱਤਲ ਕਰਨ ਦਾ, ਉਹ ਸੰਸਦ ਕਰਦੀ ਹੈ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 42, ਸੰਵਿਧਾਨਿਕ ਸੰਕਟ ਦੌਰਾਨ ਰਾਸ਼ਟਰਪਤੀ ਦੀਆਂ ਸ਼ਕਤੀਆਂ ਦੀ ਵਰਤੋਂ ਕਿਸ ਦੁਆਰਾ ਕੀਤੀ ਜਾਂਦੀ ਹੈ? ਆਪਸ਼ਨ ਏ ਜੀ ਮੁੱਖ ਮੰਤਰੀ, ਬੀ ਹੈ ਜੀ ਪ੍ਰਧਾਨ ਮੰਤਰੀ, ਸੀ ਹੈ ਜੀ ਰਾਜਪਾਲ, ਡੀ ਹੈ ਜੀ ਉਪ ਰਾਸ਼ਟਰਪਤੀ। ਤਾਂ ਇਸ ਦਾ ਜਿਹੜਾ ਸਹੀ ਆਨਸਰ ਆਏਗਾ ਜੀ ਉਹ ਆਏਗਾ ਆਪਸ਼ਨ ਸੀ ਜੀ। ਸੋ ਆਮ ਤੌਰ 'ਤੇ ਜਿਹੜੀ ਰਾਸ਼ਟਰਪਤੀ ਦੀਆਂ ਸ਼ਕਤੀਆਂ ਦੀ ਵਰਤੋਂ ਸੰਵਿਧਾਨਿਕ ਸੰਕਟ ਦੇ ਵਿੱਚ ਰਾਜ ਦੇ ਵਿੱਚ ਰਾਜਪਾਲ ਦੁਆਰਾ ਕੀਤੀ ਜਾਂਦੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 43, 26 ਜੂਨ 1975 ਨੂੰ ਫਾਰਖੁਦੀਨ ਅਲੀ ਅਹਿਮਦ, ਸੋ ਰਾਸ਼ਟਰਪਤੀ ਸੀ ਜੀ ਉਸ ਸਮੇਂ ਦੇ, ਨੇ ਸੰਕਟ ਕਾਲ ਘੋਸ਼ਣਾ ਕਿਉਂ ਕੀਤੀ ਜੀ? ਆਪਸ਼ਨ ਹੈ ਜੀ ਚੀਨ ਦੇ ਹਮਲੇ ਕਾਰਨ, ਬੀ ਹੈ ਜੀ ਪਾਕਿਸਤਾਨ ਹਮਲੇ ਕਾਰਨ, ਸੀ ਹੈ ਜੀ ਅੰਦਰੂਨੀ ਗੜਬੜ ਕਾਰਨ, ਡੀ ਹੈ ਜੀ ਕੋਈ ਨਹੀਂ। ਤਾਂ ਇਸ ਦਾ ਜਿਹੜਾ ਸਹੀ ਆਨਸਰ ਆਏਗਾ ਜੀ ਆਪਸ਼ਨ ਸੀ ਆਏਗੀ। ਅੰਦਰੂਨੀ ਗੜਬੜ ਕਾਰਨ ਜਿਹੜੀ ਹੈ 26 ਜੂਨ 1975 ਨੂੰ ਫਾਰਖੁਦੀਨ ਅਲੀ ਅਹਿਮਦ ਨੇ ਸੰਕਟ ਕਾਲ ਦੀ ਜਿਹੜੀ ਘੋਸ਼ਣਾ ਉਹ ਕੀਤੀ ਸੀ। ਔਰ ਇਹ 21 ਮਾਰਚ 1977 ਨੂੰ ਖਤਮ ਕੀਤੀ ਗਈ ਸੀ ਜੀ। ਯਾਦ ਰੱਖਣਾ ਹੈ ਕਿ 3 ਦਸੰਬਰ 1971 ਨੂੰ ਦੂਸਰੀ ਵਾਰ ਸੰਕਟ ਕਾਲ ਦੀ ਜਿਹੜੀ ਘੋਸ਼ਣਾ ਉਹ ਕੀਤੀ ਗਈ ਸੀ, ਜਦ ਪਾਕਿਸਤਾਨ ਨੇ ਭਾਰਤ 'ਤੇ ਹਮਲਾ ਕੀਤਾ। ਔਰ ਅਜੇ ਬਾਹਰੀ ਜਿਹੜਾ ਸੰਕਟਕਾਲੀ ਸਥਿਤੀ ਚੱਲ ਰਹੀ ਸੀ, ਉਸੇ ਸਮੇਂ ਹੀ 26 ਜੂਨ 1975 ਨੂੰ ਰਾਸ਼ਟਰਪਤੀ ਫਾਰਖੁਦੀਨ ਅਲੀ ਅਹਿਮਦ ਨੇ ਧਾਰਾ 352 ਦੇ ਅਧੀਨ ਜਿਹੜਾ ਹੈ ਅੰਦਰੂਨੀ ਗੜਬੜ ਦੇ ਸੰਕਟ ਦਾ ਅਨੁਭਵ ਕਰਦੇ ਹੋਏ ਸੰਕਟ ਕਾਲ ਲਈ ਜਿਹੜਾ ਐਲਾਨ ਹੈ ਉਹ ਕੀਤਾ ਸੀ ਜੀ। ਨੈਕਸਟ ਹੈ ਜੀ ਕੁਐਸਚਨ ਨੰਬਰ ਆਪਣਾ 44, ਰਾਸ਼ਟਰਪਤੀ ਨੂੰ ਵੀਟੋ ਸ਼ਕਤੀ ਦੀ ਵਰਤੋਂ, ਰਾਸ਼ਟਰਪਤੀ ਨੂੰ ਮਿਲੀ ਜਿਹੜੀ ਵੀਟੋ ਸ਼ਕਤੀ ਹੈ ਉਸ ਦੀ ਵਰਤੋਂ ਗਿਆਨੀ ਜੈਲ ਸਿੰਘ ਨੇ ਕਦੋਂ ਕੀਤੀ ਸੀ? ਆਪਸ਼ਨ ਹੈ ਜੀ 1985, ਬੀ ਹੈ ਜੀ 1986, ਸੀ ਹੈ ਜੀ 1987, ਡੀ ਹੈ ਜੀ 1988। ਸਹੀ ਆਨਸਰ ਆਏਗਾ ਜੀ ਆਪਸ਼ਨ ਬੀ। ਆਪਸ਼ਨ ਬੀ ਜੀ 1986 ਦੇ ਵਿੱਚ ਜਿਹੜੀ ਹੈ ਕੀਤੀ ਸੀ ਜੀ। ਸੋ ਸੀ ਨਹੀਂ ਪੜ੍ਹਨਾ ਜੀ, ਬੀ ਹੈ ਸਹੀ ਆਨਸਰ। 1986 ਦੇ ਵਿੱਚ ਕੀਤੀ ਸੀ। ਔਰ ਰਾਸ਼ਟਰਪਤੀ ਨੂੰ ਜਿਹੜੀ ਹੈ ਇਹ ਵੀਟੋ ਪਾਵਰ ਦਿੱਤੀ ਗਈ ਹੈ। ਇਸ ਦੇ ਅਧੀਨ ਰਾਸ਼ਟਰਪਤੀ ਕਿਸੇ ਵੀ ਲੋਕ ਸਭਾ ਦੇ ਬਿੱਲ ਨੂੰ ਜਿਹੜਾ ਹੈ ਆਪਣੇ ਕੋਲ ਜਿਹੜਾ ਹੈ ਰੱਖ ਸਕਦਾ ਹੈ, ਅਰਥਾਤ ਨਾ ਤਾਂ ਜਿਹੜਾ ਹੈ ਉਸ ਦਾ ਮਤਲਬ ਵਾਪਸ ਭੇਜਦਾ ਹੈ ਪੁਨਰ ਨਿਰੀਖਣ ਲਈ, ਔਰ ਨਾ ਹੀ ਉਸ ਦਾ ਕੋਈ ਜਵਾਬ ਜਿਹੜਾ ਹੈ ਰਾਸ਼ਟਰਪਤੀ ਦਿੰਦਾ ਹੈ। ਔਰ ਇਹ ਜਿਹੜੀ ਗਿਆਨੀ ਜੈਲ ਸਿੰਘ ਨੇ ਵਰਤੋਂ ਕੀਤੀ ਸੀ ਉਹ ਭਾਰਤੀ ਡਾਕ ਐਕਟ ਦੇ ਜਿਹੜਾ ਲੋਕ ਸਭਾ ਨੇ ਪਾਸ ਕੀਤਾ ਸੀ ਉਸ ਦੇ ਤਹਿਤ ਕੀਤੀ ਸੀ ਜੀ।
क्वेश्चन नंबर 45 है जी, किस अनुच्छेद राਹੀਂ राष्ट्रपति किसी भी अपराधी की फांसी की सज़ा ਨੂੰ माफ़ कर सकता है, उम्र कैद ਵਿੱਚ बदल सकता है या घट कर सकता है जी। ऑप्शन ए है जी 73, बी है जी 74, सी है जी 72, डी है जी 84। सही आंसर आएगा जी ऑप्शन सी जी। सो अनुच्छेद 72 के तहत किसी भी कैदी की सज़ा ਨੂੰ राष्ट्रपति घट कर सकता है ਜਾਂ ਜਿਹੜਾ है फांसी की सज़ा ਨੂੰ उम्र कैद की सज़ा ਦੇ ਵਿੱਚ बदल सकता है, पर सज़ा मिलने तो बाद। याद रखना ਜਿਹੜਾ अमरीका का राष्ट्रपति है वो सज़ा मिलने तो पहला भी ਜਿਹੜਾ है कर सकता है किसी भी कैदी ਦੇ ਨਾਲ इस तरह, बट भारत का राष्ट्रपति ਜਿਹੜਾ ਉਹ सज़ा मिलने तो बाद ਜਿਹੜਾ है उसकी सज़ा ਨੂੰ माफ़ कर सकता है या घट कर सकता। क्वेश्चन नंबर है जी 46, हेठ लिखे कथनों पर विचार करो किहड़ा सही है। ऑप्शन ए है जी राष्ट्रपति अपने कामों प्रति न्यायपालिका के प्रति जवाबदेह नहीं। बी है जी कार्यकाल दौरान राष्ट्रपति ते दीवानी और फौजदारी मुकदमा नहीं चलाया जा सकता। सी है जी राष्ट्रपति के वेतन और भत्ते विच उसके कार्यकाल दौरान कोई कटौती जिहड़ी है कमी नहीं की जा सकती। डी है जी उपरोक्त सारे सही हैं। तो इसका सही आंसर डी आएगा जी। याद रखना जेकर क्वेश्चन आता है कि राष्ट्रपति अपने कामों प्रति न्यायपालिका प्रति जवाबदेह है तो नहीं है। कार्यकाल दौरान उसते दीवानी ते फौजदारी ਜਿਹੜੇ मुकदमे ने जो उसका 5 साल का कार्यकाल है उसके दौरान नहीं चलाए जा सकते, उसनूं कैदी नहीं बनाया जा सकता। ठीक है जी। और वो अपने कामों के प्रति किसी भी अदालत में उतरता ही नहीं है। तो ना ही राष्ट्रपति का जिहड़ा वेतन ते भत्ते ने उसके कार्यकाल के दौरान वो घटाए जा सकते हैं, उन्हां विच कमी की जा सकती। सो उपरोक्त सारे जिहड़े ने वो सही ने जी। क्वेश्चन नंबर अगे है जी 47, भारत के वर्तमान राष्ट्रपति कौन हैं। ऑप्शन ए जी डॉक्टर राजेंद्र प्रसाद, बी है जी प्रतिभा देवी पटेल, सी है जी वेंकैया नायडू, डी है जी रामनाथ कोविंद। सही आंसर आएगा जी ऑप्शन डी रामनाथ कोविंद जी जिहड़े ने इस समय भारत के राष्ट्रपति ने। डॉक्टर राजेंद्र प्रसाद जी जिहड़े याद रखना भारत के पहले राष्ट्रपति सी। प्रतिभा देवी पाटिल जी जिहड़े ने पहले महिला राष्ट्रपति सी जी। और वेंकैया नायडू इस समय जिहड़े ने वो उप राष्ट्रपति ने। और रामनाथ कोविंद जी कई बार क्वेश्चन आ जाता कि राष्ट्रपति बनने तो पहला की सी, तो वो जिहड़ा है बिहार के गवर्नर सी। और भारत के 14वें राष्ट्रपति ने जी रामनाथ कोविंद जी, जो 25 जुलाई 2017 तो जिहड़े अपॉइंट होए ने जी। क्वेश्चन नंबर 48 है जी वर्तमान समय भारत के प्रधानमंत्री लिखा गया जी। सो इत्थे जिहड़ा है राष्ट्रपति शब्द कर लेना जी। राष्ट्रपति की तनख्वाह कितनी है जी। राष्ट्रपति की तनख्वाह कितनी है। ऑप्शन ए है जी 1.5 लाख, बी है जी 2 लाख, सी है जी 4 लाख, डी है जी 5 लाख। सही आंसर आएगा जी ऑप्शन डी। राष्ट्रपति की जिहड़ी मौजूदा तनख्वाह वो 5 लाख है जी। इस तो पहला जिहड़ी है वो 1.5 लाख सी जी। 1.5 लाख तो वधा के जिहड़ी 5 लाख की गई। अगे जी क्वेश्चन नंबर 49, कार्यकाल दौरान मरने वाला पहला राष्ट्रपति सी। ऑप्शन ए जी राजेंद्र प्रसाद, बी है जी डॉक्टर जाकिर हुसैन, सी है जी बी.डी. जत्ती, डी है जी ज्ञानी जैल सिंह। तो इसका सही आंसर आएगा जी ऑप्शन बी जी। जाकिर हुसैन जी जिहड़ा है उन्हां दी डैथ हुई सी जी कार्यकाल के दौरान। और उसका जिहड़ा कार्यभार उस समय संभालिया सी जी वी गिरी ने कार्यकारी राष्ट्रपति के तौर पर। और उस तो बाद एक होर राष्ट्रपति सी जी फखरुद्दीन अली अहमद। सो उन्हां दी भी डैथ जिहड़ी है कार्यकाल के दौरान ही हुई सी। और बी.डी. जत्ती जिहड़े ने कार्यवाहक राष्ट्रपति बने सी जी। नैक्सट है जी क्वेश्चन नंबर अपना 50 है जी, किहड़े संविधान संशोधन द्वारा दिल्ली ते पांडिचेरी की विधान सभावां नूं राष्ट्रपति की चोण विच हिस्सा लैण का अधिकार दिता गया। ऑप्शन ए है जी 52वीं सोध, बी है जी 70वीं, सी है जी 66वें, डी है जी 82वें। तो इसका जिहड़ा सही आंसर आएगा जी ऑप्शन बी है जी 70वें संवैधानिक संशोधन के द्वारा जिहड़ा है दिल्ली ते पांडिचेरी जिहड़े केंद्र शासित प्रदेश ने उन्होंने भी राष्ट्रपति की चोण के हिस्सा लैण का अधिकार दिता गया सी जी। आपां डिस्कस कर लिया सी इस तो पहलां दी वीडियो च कि राष्ट्रपति की चोण दे विच जिहड़ा है चुने हुए उम्मीदवार विधान सभावां दे और इस तो इलावा जिहड़ा है दिल्ली ते पांडिचेरी के केंद्र शासित दे प्रदेशों के सिर्फ जिहड़े नामजद मैंबर ने याद रखना वो हिस्सा नहीं लैंदे। सो निर्वाचित जिहड़े चुने हुए
ਪ੍ਰਤੀਨਿਧ ਨੇ ਉਹ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਹਿੱਸਾ ਲੈਂਦੇ ਨੇ। ਔਰ ਦਿੱਲੀ ਨੂੰ ਇਹ 1992 ਤੋਂ ਬਾਅਦ ਜਿਹੜਾ ਹੈ ਅਧਿਕਾਰ ਮਿਲਿਆ ਹੈ, ਦਿੱਲੀ ਅਤੇ ਪਾਂਡੀਚੇਰੀ ਨੂੰ। ਇਹ ਵੀ ਕੁਐਸਚਨ ਆ ਸਕਦਾ ਕਿ ਦਿੱਲੀ ਅਤੇ ਪਾਂਡੀਚੇਰੀ ਨੂੰ ਜਿਹੜਾ ਕਿਸ ਸਾਲ ਤੋਂ ਬਾਅਦ ਰਾਸ਼ਟਰਪਤੀ ਦੀ ਚੋਣ ਵਿੱਚ ਹਿੱਸਾ ਲੈਣ ਦਾ ਅਧਿਕਾਰ ਮਿਲਿਆ, ਤਾਂ 1992 ਤੋਂ ਬਾਅਦ ਜੀ, 70ਵੇਂ ਸੰਸ਼ੋਧਨ ਤੋਂ ਬਾਅਦ। ਸੋ ਇਹ ਸੀ ਜੀ ਰਾਸ਼ਟਰਪਤੀ ਦੇ ਨਾਲ ਰਿਲੇਟਡ ਇੰਪੋਰਟੈਂਟ 50 ਕੁਐਸਚਨ ਆਪਾਂ ਕਰ ਚੁੱਕੇ ਹਾਂ, 25 ਪਹਿਲੀ ਵੀਡੀਓ 'ਚ, 25 ਇਸ 'ਚ, ਔਰ ਲਗਭਗ ਸਾਰਾ ਜਿਹੜਾ ਟੌਪਿਕ ਹੈ ਉਹ ਕਵਰ ਹੋ ਗਿਆ ਜੀ ਆਪਣਾ। ਸੋ ਨੈਕਸਟ ਜਿਹੜਾ ਆਪਣਾ ਟੌਪਿਕ ਹੋਏਗਾ ਜੀ ਉਹ ਪ੍ਰਧਾਨ ਮੰਤਰੀ ਦੇ ਨਾਲ ਰਿਲੇਟਡ ਹੈ ਜੀ। ਸੋ ਡਿਸਕਸ ਕਰਾਂਗੇ ਜੀ। ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਵੱਧ ਤੋਂ ਵੱਧ ਸ਼ੇਅਰ, ਲਾਈਕ ਜ਼ਰੂਰ ਕਰਨਾ ਜੀ, ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਥੈਂਕ ਯੂ ਫॉर ਵਾਚਿੰਗ द वीडियो।